ਸੱਤਵੀਂ ਸ਼੍ਰੇਣੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਆਖਦੀ ਹਾਂ। ਵਿਦਿਆਰਥੀਓ, ਪਰਮਵੀਰ ਪੰਜਾਬੀ ਵਿਆਕਰਨ ਅਤੇ ਲਿਖਣ ਕਲਾ 7 ਦਾ ਅਸੀਂ ਪਾਠ ਨੰਬਰ 18 ਅੱਜ ਸ਼ੁਰੂ ਕਰਨ ਜਾ ਰਹੇ ਹਾਂ। ਸ਼ਬਦ ਰਚਨਾ, ਜੋ ਕਿ ਪੰਨਾ ਨੰਬਰ 75 ਦੇ ਉੱਪਰ ਹੈ, 75 ਪੇਜ ਦੇ ਉੱਪਰ। ਪੇਜ ਖੋਲ੍ਹੋ 75 ਤੇ ਆਪਾਂ ਸ਼ੁਰੂ ਕਰਦੇ ਹਾਂ। ਸ਼ਬਦ ਰਚਨਾ। ਸ਼ਬਦ, ਜਿਹੜਾ ਸ਼ਬਦ ਅਸੀਂ ਆਮ ਬੋਲਦੇ ਹਾਂ, ਕੋਈ ਵੀ ਸ਼ਬਦ ਹੋਵੇ, ਕਿਉਂਕਿ ਭਾਸ਼ਾ ਦੇ ਵਿੱਚ ਸ਼ਬਦਾਂ ਦਾ ਮਹੱਤਵਪੂਰਨ ਸਥਾਨ ਹੈ। ਅਗਰ ਅਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਸਾਨੂੰ ਸ਼ਬਦਾਂ ਸੰਬੰਧੀ ਗਿਆਨ ਹੋਣਾ ਚਾਹੀਦਾ ਹੈ। ਸ਼ਬਦਾਂ ਤੋਂ ਬਿਨਾਂ ਭਾਸ਼ਾ ਨਹੀਂ। ਮੂਲ ਆਧਾਰ ਹਨ ਭਾਸ਼ਾ ਦਾ ਸ਼ਬਦ। ਰਚਨਾ ਹੁੰਦੀ ਬਣਤਰ ਉਹਨਾਂ ਦੀ, ਕਿਵੇਂ ਰਚਨਾ ਹੋਣੀ ਹੈ, ਇਸ ਸੰਬੰਧੀ ਇਹ ਪਾਠ ਹੈ, ਜਿਸ ਵਿੱਚ ਅਸੀਂ ਪਿਛੇਤਰ ਪੜ੍ਹਨੇ ਹਨ। ਪਰ ਪਿਛੇਤਰ ਪੜ੍ਹਨ ਤੋਂ ਪਹਿਲਾਂ ਪਿਛੇਤਰ ਕੀ ਨੇ, ਕਿਵੇਂ ਉਹਨਾਂ ਨਾਲ ਨਵੇਂ ਸ਼ਬਦ ਬਣਦੇ ਹਨ, ਉਸ ਤੋਂ ਪਹਿਲਾਂ ਸਾਨੂੰ ਸ਼ਬਦਾਂ ਦੇ ਬਾਰੇ, ਸ਼ਬਦ ਰਚਨਾ ਸੰਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਸ਼ੁਰੂ ਕਰਦੇ ਹਾਂ ਪਾਠ। ਸ਼ਬਦ ਭਾਸ਼ਾ ਦੀ ਸੁਤੰਤਰ ਇਕਾਈ ਹੁੰਦੇ ਹਨ। ਸ਼ਬਦ ਵਰਨਾਂ, ਭਾਵ ਅੱਖਰਾਂ, ਲਗਾਂ ਅਤੇ ਲਗਾਖਰਾਂ ਆਦਿ ਦੇ ਸੁਮੇਲ ਨਾਲ ਬਣਦੇ ਹਨ। ਹਰ ਭਾਸ਼ਾ ਦਾ ਆਪਣਾ ਵਿਸ਼ੇਸ਼ ਅਰਥ ਹੁੰਦਾ ਹੈ। ਆਕਾਰ ਦੇ ਪੱਖੋਂ ਸ਼ਬਦ ਲਈ ਕੋਈ ਸੀਮਾ ਨਹੀਂ। ਜਿਵੇਂ ਨਾ ਇੱਕ ਵਰਨ ਵਾਲਾ ਸ਼ਬਦ ਹੈ। ਇਸ ਵਿੱਚ ਨੰਨਾ ਵਰਨ, ਲਗ ਕੰਨਾ ਅਤੇ ਲਗਾਖਰ ਬਿੰਦੀ ਦੀ ਵਰਤੋਂ ਕੀਤੀ ਗਈ ਹੈ। ਇੱਕ ਹੀ ਅੱਖਰ ਨਾਲ ਬਣਿਆ ਸ਼ਬਦ ਹੈ। ਤਿੰਨੇ ਚੀਜ਼ਾਂ ਆ ਗਈਆਂ ਨੇ, ਵਰਨ ਵੀ ਹੈ, ਲਗ ਵੀ ਲੱਗੀ ਹੈ ਔਰ ਲਗਾਖਰ ਵੀ ਲੱਗਾ ਹੈ। ਤਿੰਨਾਂ ਚੀਜ਼ਾਂ ਦੀ ਵਰਤੋਂ ਇੱਕੋ ਹੀ ਅੱਖਰ ਦੇ ਬਣੇ ਸ਼ਬਦ ਤੋਂ ਵਿੱਚ ਅਸੀਂ ਵੇਖ ਸਕਦੇ ਹਾਂ। ਇਸੇ ਤਰ੍ਹਾਂ ਸੱਭਿਆਚਾਰਕ ਸ਼ਬਦ ਕਾਫੀ ਵੱਡਾ ਸ਼ਬਦ ਹੈ। ਇਸ ਵਿੱਚ ਵਰਤੇ ਗਏ ਵਰਨ, ਲਗਾਂ ਅਤੇ ਲਗਾਖਰ ਵੇਖੋ। ਸੱਸਾ ਵਰਨ ਹੈ, ਅਧਕ ਲਗਾਖਰ, ਸਿਹਾਰੀ ਲਗ, ਫਿਰ ਭੱਬਾ, ਫਿਰ ਕੀ ਆ ਗਿਆ ਹੈ, ਵਰਨ। ਐੜਾ ਵਰਨ, ਅੱਗੇ ਫਿਰ ਕੰਨਾ ਲੱਗ ਗਿਆ ਹੈ, ਲਗਾਂ ਦੀ ਮਾਤਰਾ ਲੱਗ ਗਈ ਹੈ, ਲਗ ਲੱਗ ਗਈ ਹੈ। ਚੱਚਾ ਹੈ ਅੱਖਰ, ਕੰਨਾ ਲਗ ਲੱਗਿਆ ਹੈ, ਰਾਰਾ ਤੇ ਕੱਕਾ ਫਿਰ ਅੱਖਰ ਹਨ। ਹੁਣ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕੀ ਕੀ ਲੱਗਾ ਹੈ। ਵਰਨ ਲੱਗਾ ਹੈ, ਲਗਾਖਰ ਲੱਗਾ ਹੈ, ਲਗ ਲੱਗੀ ਹੈ, ਵਰਨ ਲੱਗੇ ਹਨ 2 ਵਾਰੀ, ਫਿਰ ਲਗ ਲੱਗੀ ਹੈ, ਫਿਰ ਵਰਨ, ਫਿਰ ਲਗ, ਫਿਰ ਵਰਨ ਤੇ ਵਰਨ। ਸੋ ਸ਼ਬਦ ਰਚਨਾ ਵਿਚਲੇ ਵੱਖ-ਵੱਖ ਨਿਯਮਾਂ ਅਨੁਸਾਰ ਸ਼ਬਦਾਂ ਦੀ ਰਚਨਾ ਕਰਨ ਨੂੰ ਸ਼ਬਦ ਰਚਨਾ ਆਖਦੇ ਹਨ। ਬਣਤਰ ਦੇ ਆਧਾਰ ਤੇ ਸ਼ਬਦ 2 ਤਰ੍ਹਾਂ ਦੇ ਹੁੰਦੇ ਨੇ। ਮੂਲ ਸ਼ਬਦ ਜਾਂ ਧਾਤੂ ਸ਼ਬਦ, ਜਿਨ੍ਹਾਂ ਨੂੰ ਅਸੀਂ ਆਖਦੇ ਹਾਂ। ਵਿਆਕਰਨ ਅਨੁਸਾਰ ਸ਼ਬਦਾਂ ਦੇ ਮੁੱਢਲੇ ਰੂਪ ਨੂੰ ਹੀ ਮੂਲ ਜਾਂ ਧਾਤੂ ਸ਼ਬਦ ਕਿਹਾ ਜਾਂਦਾ ਹੈ। ਅਜਿਹੇ ਸ਼ਬਦ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਨਹੀਂ ਬਣੇ ਹੁੰਦੇ। ਇਹਨਾਂ ਸ਼ਬਦਾਂ ਨੂੰ ਤੋੜਿਆ ਵੀ ਨਹੀਂ ਜਾ ਸਕਦਾ, ਜਿਵੇਂ ਘੋੜਾ, ਮੁੰਡਾ, ਕੁੜੀ, ਪਾਣੀ, ਦੁੱਧ, ਤੇਲ, ਸੱਚ, ਲੋਕ, ਕੁੱਤਾ, ਕਬੂਤਰ ਆਦਿ। ਮੂਲ ਜਾਂ ਧਾਤੂ ਸ਼ਬਦ ਜਿਹੜੇ ਮੁੱਢਲੇ ਰੂਪ ਵਿੱਚ ਹੀ ਹੁੰਦੇ ਨੇ, ਇਹਨਾਂ ਦੇ ਨਾਲ ਅਸੀਂ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਇਹਨਾਂ ਨੂੰ ਨਹੀਂ ਬਣਾਇਆ ਹੁੰਦਾ ਤੇ ਇਹਨਾਂ ਨੂੰ ਤੋੜ ਵੀ ਨਹੀਂ ਸਕਦੇ, ਹੈ ਨਾ। ਹੁਣ ਤੁਸੀਂ ਇਹਨਾਂ ਸ਼ਬਦਾਂ ਨੂੰ ਅਗਰ ਤੋੜਨ ਦੀ ਕੋਸ਼ਿਸ਼ ਕਰੋਗੇ ਤਾਂ ਪਿੱਛੇ ਕੁਝ ਵੀ ਨਹੀਂ ਬਚੇਗਾ, ਹੈ ਨਾ। ਕੋਈ ਅਰਥਹੀਨ ਹੋ ਜਾਣਗੇ, ਉਹ ਕੋਈ ਸ਼ਬਦ ਦੀ ਹੋਂਦ ਹੀ ਨਹੀਂ ਰਹੇਗੀ। ਸੋ ਤੋੜ ਨਹੀਂ ਸਕਦੇ ਇਹਨਾਂ ਨੂੰ ਅਸੀਂ। ਰਚਿਤ ਹੁੰਦਾ ਰਚਨਾ ਕਰਨੀ। ਰਚਿਤ ਸ਼ਬਦ ਕੀ ਨੇ? ਵਿਆਕਰਨ ਅਨੁਸਾਰ ਮੂਲ ਜਾਂ ਧਾਤੂ ਸ਼ਬਦਾਂ ਤੋਂ ਕਈ ਤਰ੍ਹਾਂ ਨਾਲ ਰਚੇ ਜਾਣ ਵਾਲੇ ਸ਼ਬਦਾਂ ਨੂੰ ਰਚਿਤ ਸ਼ਬਦ ਆਖਦੇ ਹਨ। ਜਿਵੇਂ ਘਰੋਂ, ਮੁੰਡਿਆਂ, ਮੁੰਡਿਓ, ਲੋਕਾਂ, ਲੋਕੋ, ਘਰ ਵਾਲੀ, ਦੁਨੀਆਦਾਰੀ ਆਦਿ। ਹੁਣ ਇਹਨਾਂ ਦੇ ਨਾਲ ਅਸੀਂ ਕਿਤੇ ਕੋਈ ਚੇਂਜ ਕਰ ਦਿੱਤੀ ਚੀਜ਼, ਕਿਤੇ ਕੋਈ ਚੇਂਜ ਕਰ ਦਿੱਤੀ ਤੇ ਰਚਨਾ ਹੋ ਗਈ ਨਵੇਂ ਸ਼ਬਦਾਂ ਦੀ। ਘਰ ਤੋਂ ਘਰੋਂ ਵੀ ਬਣ ਗਿਆ, ਘਰ ਵਾਲੀ ਵੀ ਬਣ ਗਿਆ। ਮੁੰਡਾ ਸ਼ਬਦ ਤੋਂ ਮੁੰਡਿਆਂ, ਮੁੰਡਿਓ ਇਹ ਬਣ ਗਏ ਨੇ। ਲੋਕ ਸ਼ਬਦ ਤੋਂ ਲੋਕਾਂ, ਲੋਕੋ। ਸੋ ਇਸ ਤਰੀਕੇ ਨਾਲ ਇਹਨਾਂ ਸ਼ਬਦਾਂ ਦੀ ਰਚਨਾ ਹੋ ਗਈ, ਨਵੇਂ ਸ਼ਬਦ ਬਣ ਗਏ। ਹੁਣ ਰਚਿਤ ਜਿਹੜੇ ਸ਼ਬਦ ਨੇ, ਜਿਨ੍ਹਾਂ ਦੀ ਰਚਨਾ ਕੀਤੀ ਜਾਂਦੀ ਹੈ, 2 ਕੈਟਾਗਰੀਜ਼ ਨੇ ਅੱਗੋਂ ਇਹਦੀਆਂ। ਉਤਪੰਨ ਸ਼ਬਦ ਤੇ ਸਮਾਸੀ। ਉਤਪੰਨ ਕੀ ਹੈ? ਜਿਨ੍ਹਾਂ ਦੀ ਉਤਪਤੀ ਹੋ ਜਾਵੇ, ਨਵੇਂ ਸ਼ਬਦ ਬਣ ਜਾਣ। ਜਿਹੜੇ ਸ਼ਬਦ ਮੂਲ ਸ਼ਬਦ ਨਾਲ ਵਧੇਤਰ ਕੀ ਹੁੰਦਾ? ਵਾਧਾ ਕਰਨ ਵਾਲਾ। ਕਿਵੇਂ ਦਾ ਵਾਧਾ? ਅਗੇਤਰ, ਮਧੇਤਰ, ਪਿਛੇਤਰ ਲਾ ਕੇ ਬਣਾਏ ਜਾਂਦੇ ਹਨ, ਉਹਨਾਂ ਨੂੰ ਉਤਪੰਨ ਸ਼ਬਦ ਆਖਦੇ ਹਨ।
ਵਿਦੇਤਰ ਭਾਵ ਵਾਧਾ ਕਰ ਦਿੰਦੇ ਹਨ ਸ਼ਬਦ ਵਿੱਚ। ਤੇ ਉਹ ਕਿਵੇਂ ਦੇ ਹੋ ਸਕਦੇ ਨੇ ਵਿਦੇਤਰ? ਅੱਗੇ ਲੱਗਣ ਵਾਲੇ ਨੂੰ ਅਗੇਤਰ ਕਹਿ ਦਿੰਦੇ ਨੇ। ਮੂਲ ਸ਼ਬਦ ਦੇ ਜਿਹੜਾ ਅੱਗੇ ਲੱਗਦਾ ਹੈ ਉਹਨੂੰ ਅਗੇਤਰ, ਜਿਹੜਾ ਮੱਧ ਵਿੱਚ ਲੱਗ ਜੇ ਉਹਨੂੰ ਮਧੇਤਰ, ਜਿਹੜਾ ਪਿੱਛੇ ਲੱਗੇ ਸ਼ਬਦ ਦੇ ਉਹਨੂੰ ਪਿਛੇਤਰ। ਹੁਣ ਕਿਵੇਂ ਹੈ ਇੱਥੇ ਕਲੀਅਰ ਕੀਤਾ ਹੈ। ਮੂਲ ਸ਼ਬਦ ਹੈ ਅਕਲ, ਵਿਦੇਤਰ ਬੇ ਲਾਇਆ ਹੈ, ਬੇ ਨੂੰ ਅੱਗੇ ਲਾਉਣਾ ਹੈ, ਅਗੇਤਰ ਲਿਖਿਆ ਹੈ ਉਹਨਾਂ ਨੇ, ਅਕਲ ਤੋਂ ਪਹਿਲਾਂ ਲਗਾਉਣਾ ਹੈ। ਉਤਪੰਨ ਕਿਹੜਾ ਹੋਏਗਾ? ਨਵਾਂ ਸ਼ਬਦ ਦੀ ਉਤਪਤੀ ਜਿਹੜੀ ਹੋਈ ਹੈ ਉਹ ਬਣ ਗਿਆ ਬੇਅਕਲ। ਅਗੇਤਰ ਬੇ ਜੋੜ ਦਿੱਤਾ ਮੂਲ ਸ਼ਬਦ ਦੇ ਨਾਲ ਤੇ ਬੇਅਕਲ ਬਣ ਗਿਆ। ਬੇਅਕਲ ਦਾ ਭਾਵ ਕੀ ਹੈ? ਮੂਰਖ, ਤੇ ਅਕਲ ਬੁੱਧੀ, ਸਮਝ। ਇਸੇ ਤਰ੍ਹਾਂ ਜੇ ਇਹਦੇ ਪਿੱਛੇ ਮੰਦ ਲਗਾ ਦਿੱਤਾ ਜਾਵੇ ਅਕਲ ਸ਼ਬਦ ਦੇ, ਮੰਮੇ ਦੇ ਉੱਤੇ ਟਿੱਪੀ ਦੱਦਾ ਮੰਦ, ਪਿਛੇਤਰ ਜੋੜ ਦਿੱਤਾ ਜਾਏ, ਫਿਰ ਕੀ ਬਣ ਜਾਏਗਾ? ਫਿਰ ਅਕਲਮੰਦ ਸ਼ਬਦ ਬਣ ਜਾਏਗਾ। ਨਵਾਂ ਸ਼ਬਦ ਬਣੇਗਾ ਅਕਲ ਸ਼ਬਦ ਦੇ। ਇਹਦੇ ਤੋਂ ਬੇਅਕਲ ਸ਼ਬਦ ਵੀ ਅਸੀਂ ਬਣਾ ਲਿਆ, ਅਕਲਮੰਦ ਵੀ ਬਣਾ ਲਿਆ। ਅਕਲਮੰਦ ਬਹੁਤ ਸਿਆਣਾ, ਅਕਲ ਸੂਝ ਬੁੱਧੀ, ਤੇ ਬੇਅਕਲ ਮੂਰਖ। ਤਿੰਨਾਂ ਦੇ ਅਰਥ ਵੱਖਰੇ ਵੱਖਰੇ ਹਨ। ਸੋ ਇਸ ਤਰੀਕੇ ਨਾਲ ਉਤਪੰਨ ਹੋ ਜਾਂਦੇ ਨੇ ਸ਼ਬਦ, ਨਵੇਂ ਉਤਪੰਨ ਹੁੰਦੇ ਨੇ, ਨਵੇਂ ਸ਼ਬਦਾਂ ਦੀ ਰਚਨਾ ਹੋ ਜਾਂਦੀ ਹੈ। ਇਸੇ ਤਰ੍ਹਾਂ ਹੁਣ ਅੱਗੇ ਹੈ ਕਰ। ਕਰ ਸ਼ਬਦ ਦੇ ਵਿੱਚ ਮਧੇਤਰ ਲਗਾਇਆ ਹੈ ਕੰਨਾ ਤੇ ਕਾਰ ਬਣਾ ਦਿੱਤਾ। ਪਾਲਣ ਸ਼ਬਦ ਦੇ ਪਿੱਛੇ ਹਾਰ ਪਿਛੇਤਰ ਜੋੜਨ ਨਾਲ ਪਾਲਣਹਾਰ ਸ਼ਬਦ ਬਣ ਗਿਆ। ਇਸ ਤਰੀਕੇ ਨਾਲ ਨਵੇਂ ਸ਼ਬਦਾਂ ਦੀ ਰਚਨਾ ਹੋ ਗਈ। ਅੱਗੇ ਅਸੀਂ ਕੱਲ੍ਹ ਨੂੰ ਪੜ੍ਹਾਂਗੇ। ਅੱਜ ਲਈ ਇੰਨਾ ਹੀ। ਧੰਨਵਾਦ।